ਅੱਛਾ ਉਹ ਨਾ ਜੀ ਜੀ। ਦੋ ਮੀਆਂ ਬੀਵੀ ਜਾਂਦੇ ਹੁੰਦੇ ਨੇ ਪਏ ਕਿਧਰੇ ਸਫ਼ਰ ਵਿੱਚ। ਉਹ ਦੇਖਦੇ ਕੀ ਨੇ, ਇੱਕ ਪਿੰਡ ਦੇ ਵਿੱਚੋਂ ਦੀ ਗੁਜ਼ਰਦੇ ਨੇ। ਇੱਕ ਮਕਾਨ ਹੁੰਦਾ ਜਿਹਦਾ ਬਾਹਰ ਵਾਲਾ ਦਰਵਾਜ਼ਾ ਵੀ ਕੋਈ ਨਹੀਂ ਆਉਂਦਾ, ਕੰਧ ਵੀ ਤੇ ਡਿੱਗੀ ਹੁੰਦੀ ਏ। ਅੰਦਰ ਇੱਕ ਬੀਬੀ ਜਿਹੜੀ ਉਹ ਬਹਿ ਕੇ ਨਾ, ਟੁੱਟੀ ਮੰਜੀ ਹੁੰਦੀ ਏ, ਉਹਦੇ ਤੇ ਬਹਿ ਕੇ ਤੇ ਆਪਣੇ ਨਾ ਵਾਲ ਬਣਾਉਂਦੀ ਹੁੰਦੀ ਹੈ, ਵੀ ਕੰਘੀ ਫੇਰਦੀ ਹੁੰਦੀ ਹੈ ਵੀ ਅਜੇ ਕੰਨ ਧੁੱਪੇ ਬਹਿ ਕੇ ਤੇ ਬੀਬੀਆਂ ਕਰਦੀਆਂ ਨੇ, हाँ जी। ਕੰਘੀ ਸ਼ੰਗੀ ਫੇਰਦੀਆਂ ਨੇ। ਉਹ ਜਨਾਬ, ਉਹ ਜਿਹੜੇ ਮੀਆਂ ਬੀਵੀ ਜਾਂਦੇ ਹੁੰਦੇ ਨੇ ਨਾ, ਫਿਰ ਬੀਵੀ ਦੇਖ ਕੇ ਤੇ ਕਹਿੰਦੀ ਹੈ ਕਿ ਇਹ ਕੌਣ ਲੋਕ ਨੇ। ਉਹ ਜਿਹੜੇ ਜਾਂਦੇ ਹੁੰਦੇ ਨੇ, ਫਿਰ ਉਹ ਜ਼ਰਾ ਕੋ ਸਭ ਹਸੀਅਤ ਹੁੰਦੇ ਨੇ। ਉਹ ਕਹਿੰਦਾ ਇਹ ਗਰੀਬ ਲੋਕ ਨੇ, ਇਹ ਇੰਜੇ ਦਾ ਹੀ ਗੁਜ਼ਾਰਾ ਕਰਦੇ ਨੇ। ਇਹ ਇੱਕ ਲੱਕੜ ਆ ਰਿਹਾ ਤੇ ਉਹਦਾ ਇਹ ਘਰ ਏ, ਉਹਦੀ ਆ ਬੀਵੀ ਹੈ, ਤੇ ਮਾੜੇ ਬੰਦੇ ਨੇ, ਗਰੀਬ ਨੇ, ਤੇ ਇਹਨਾਂ ਦਾ ਇਹ ਨਿਜ਼ਾਮ ਹੈ। ਉਹ ਕਹਿੰਦੀ ਹੈ ਕਿ ਇਹ ਕੀ ਨਿਜ਼ਾਮ ਹੈ, ਉਹ ਕੰਧ ਵੀ ਡਿੱਗੀ ਹੈ, ਦਰਵਾਜ਼ਾ ਵੀ ਕੋਈ ਨਹੀਂ, ਤੇ ਬੀਬੀ ਜਿਹੜੀ ਹੈ ਧੁੱਪੇ ਬਹਿ ਕੇ ਤੇ ਲੱਗੀ ਹੈ ਵਾਲ ਬਣਾਉਣ। ਉਹ ਕਹਿੰਦਾ ਮਾੜੇ ਬੰਦੇ ਜੇ ਹੋਏ, ਤੂੰ ਉਹਨੂੰ ਹਾਰਸ਼ਾ ਲੱਭ ਜਾਂਦੀ ਏ ਚਾਰ ਦੀਵਾਰੀ ਦੇ ਅੰਦਰ, ਅੱਲਾ ਦਾ ਦਿੱਤੇ ਆ ਸਭ ਕੁਝ ਏ, ਤੇ ਤੈਨੂੰ ਨਹੀਂ ਇਹ ਪਤਾ ਇਹਨਾਂ ਚੀਜ਼ਾਂ ਦਾ। ਇਹ ਲੋਕ ਜਿਹੜੇ ਨੇ ਇਸੇ ਤਰ੍ਹਾਂ ਦਾ ਹੀ ਇਹਨਾਂ ਦਾ ਗੁਜ਼ਾਰਾ ਹੁੰਦਾ ਹੈ। ਉਹ ਕਹਿੰਦੀ ਇਹਦਾ ਮੀਆਂ ਕੀ ਕਰਦਾ, ਇਹ ਲੱਕੜ ਆ ਰਿਹਾ ਲੱਕੜੀਆਂ ਵੱਢਦਾ। ਉਹਨੇ ਆਖਿਆ ਨਹੀਂ, ਇਹ ਜੋ ਕੁਝ ਇਹਨਾਂ ਦੇ ਹਾਲਾਤ ਨੇ ਇਹਦੇ ਜ਼ਿੰਮੇਦਾਰ ਇਹ ਖੁਦ ਨੇ। ਅੱਲਾ ਨੇ ਇਹਨਾਂ ਨੂੰ ਦਿੱਤੇ ਆ, ਹੱਥ ਵੀ ਦਿੱਤੇ ਨੇ, ਪੈਰ ਵੀ ਦਿੱਤੇ ਨੇ। ਇਹਦਾ ਮੀਆਂ ਜਿਹੜਾ ਉਹਨਾਂ ਹੱਥਾਂ ਪੈਰਾਂ ਨੂੰ ਇਸਤੇਮਾਲ ਕਰਕੇ ਮਿਹਨਤ ਮਜ਼ਦੂਰੀ ਵੀ ਕਰਦਾ ਪਿਆ। ਜ਼ਿਆਦਾ ਕਸੂਰ ਐਸ ਬੀਬੀ ਦਾ ਜਿਹੜੀ ਪਈ ਏ ਧੁੱਪੇ ਮੰਜੀ ਢਾ ਕੇ। ਉਹਨੇ ਆਖਿਆ ਭਲੀ ਇਹ ਕੀ ਕਰੇ ਵਿਚਾਰੀ, हम्म। ਹੁਣ ਕਮਾਈ ਇਤਨੀ ਕੋਈ, ਆਮਦਨ ਇਤਨੀ ਕੋਈ, ਇਹ ਕੀ ਕਰੇ। ਉਹਨੇ ਆਖਿਆ ਨਹੀਂ, ਇਹ ਅਗਰ ਚਾਹੇ ਐਸੇ ਮਕਾਨ ਨੂੰ, ਚਲੋ ਮਾਲ ਨਹੀਂ ਤੇ ਕਮ ਸੇ ਕਮ ਰਹਿਣ ਦੇ ਕਾਬਲ ਮਕਾਨ ਬਣਾ ਸਕਦੀ ਹੈ। ਉਹਨੇ ਆਖਿਆ ਬਈ ਤੂੰ ਇਹਨਾਂ ਹਾਲਾਤਾਂ ਵਿੱਚੋਂ ਨਹੀਂ ਗੁਜ਼ਰੀ, ਇਤਨੀਆਂ ਥੋੜੀਆਂ ਕਮਾਈਆਂ ਦੇ ਵਿੱਚੋਂ ਨਹੀਂ ਗੁਜ਼ਰੀ, ਤੈਨੂੰ ਖੁੱਲਾ ਜਲ ਮਿਲਦਾ ਪਿਆ ਤੇ ਤੂੰ ਇਹ ਗੱਲਾਂ ਕਰਨੀ ਹੈ। ਉਹਨੇ ਆਖਿਆ ਜੇ ਇਹ ਗੱਲ ਹੈ ਨਾ, ਮੰਨੋ ਇਹਨਾਂ ਦੇ ਘਰ ਮਹਿਮਾਨ ਛੱਡ ਦੇ, ਤੇ ਐਸੇ ਲੱਕੜਹਾਰੇ ਦੀ ਕਮਾਈ ਦੇ ਵਿੱਚੋਂ ਆ ਜਿਹੜੀ ਦੀਵਾਰ ਡਿੱਗੀ ਇਹ ਵੀ ਬਣ ਜਾਏਗੀ, ਦਰਵਾਜ਼ਾ ਵੀ ਬਣ ਜਾਏਗਾ, ਤੇ ਆ ਮੰਜੀ ਵੀ ਟੁੱਟੀ ਨਹੀਂ ਰਹਿਣ ਲੱਗੀ, ਤੇ ਇੱਥੇ ਰਹਿਣ ਦੇ ਕਾਬਲ ਮਕਾਨ ਹੋਵੇਗਾ। 1 ਸਾਲ ਬਾਅਦ ਉਹਨੇ ਆਖਿਆ ਠੀਕ ਹੈ, ਖੁੱਲਾ ਖਾਣ ਵਾਲੀ, ਖੁੱਲੇ ਖਰਚੇ ਕਰਨ ਵਾਲੀ ਤੂੰ ਬੀਬੀ ਹੈ, ਠੀਕ ਹੈ ਕਰ ਲੈ ਟਰਾਈ। ਉਹਨੇ ਆਖਿਆ ਠੀਕ ਹੈ। ਉਹ ਚਲੀ ਗਈ ਬੀਬੀ। ਉਹਨੇ ਜਨਾਬ ਜਾ ਕੇ ਤੇ ਦਰਵਾਜ਼ਾ ਤੇ ਅੱਗੇ ਕੋਨੀ ਨਾ ਜਿਹੜਾ ਵੇ ਖੜਕਾਣਾ ਆ, हाँ जी। ਬਾਹਰੋਂ ਆਵਾਜ਼ ਦਿੱਤੀ ਉਹਨੇ। ਅੰਦਰ ਉਹ ਜਿਹੜੀ ਵਾਲ ਬਣਾਉਂਦੀ ਪਈ ਬੀਬੀ, ਉਹਨੇ ਆਖਿਆ ਆ ਜਾ ਭੈਣੇ, ਕੌਣ ਹੈ ਤੂੰ। ਉਹ ਕਹਿੰਦੀ ਆ ਬਈ ਮੈਂ ਇਸ ਤਰ੍ਹਾਂ ਆਈ ਹਾਂ, ਤੇ ਤੁਹਾਡੇ ਘਰ ਮਹਿਮਾਨ ਰਹਿਣਾ। ਉਹਨੇ ਆਖਿਆ ਜਿੱਥੇ ਸਾਡੇ ਅੱਗੇ ਦੋ ਬੰਦਿਆਂ ਦਾ ਟੁੱਕਰ ਆਉਂਦਾ, ਤੂੰ ਆ ਜਾ, ਤੇਰੇ ਵਾਸਤੇ ਵੀ ਆ ਜਾ ਕਰੇਗਾ, ਟਿਕੀ ਰਹਿ। ਉਹਨੇ ਕਿਹਾ ਠੀਕ ਹੈ। ਬਹਿ ਗਈਆਂ ਦੋਵੇਂ ਦਿਹਾੜ ਧੁੱਪੇ ਬਹਿ ਕੇ ਗੱਪਾਂ ਛੱਪਾਂ ਲਾਉਂਦੀਆਂ ਰਹੀਆਂ, ਹਾਲ ਵਾਲ ਇੱਕ ਦੂਸਰੇ ਦਾ ਪੁੱਛਦੀਆਂ ਰਹੀਆਂ। ਸ਼ਾਮ ਹੋਈ, ਤੇ ਸ਼ਾਮ ਜਿਸ ਵਕਤ ਹੋ ਗਈ ਨਾ, ਤੇ ਉਹਨੇ ਉਹ ਤਾਜਰ ਦੀ ਬੀਵੀ ਨੇ ਪੁੱਛਿਆ ਉਹਨੂੰ ਕਿ ਬਈ ਕੋਈ ਖਾਣ ਪਕਾਨ ਦਾ ਨਹੀਂ ਬੰਦੋਬਸਤ ਕਰਨਾ। ਉਹਨੇ ਆਖਿਆ ਖਾਣ ਪਕਾਨ ਦਾ ਕੀ ਕਰਨਾ, ਘਰ ਵਿੱਚ ਸ਼ਾਇ ਕੋ ਨਹੀਂ ਕੋਈ। ਮੇਰਾ ਮੀਆਂ ਗਿਆ ਜੰਗਲ ਦੇ ਵਿੱਚ ਲੱਕੜੀਆਂ ਵੱਢਦਾ ਪਿਆ, ਉਹ ਲੱਕੜੀਆਂ ਵੇਚ ਕੇ ਲੈ ਆਵੇ ਤਾਂ ਖਾ ਲਾਂਦੇ। ਚਲੋ ਲੈਂਦਾ ਉਹਨੇ ਜੋ ਕੁਝ, ਉਹਨੇ ਦੋ ਮੀਆਂ ਬੀਵੀ ਦੇ ਹਿਸਾਬ ਤੇ ਆਪਣੇ ਹਿਸਾਬ ਤੇ ਲਿਆਂਦਾ। ਅੱਗੂ ਜਿਸ ਆਇਆ ਤੇ ਘਰ ਤੇ ਤੀਸਰਾ ਵੀ ਮਹਿਮਾਨ। ਉਹਨੇ ਆਪਣੀ ਘਰ ਦੀ ਨੂੰ ਪੁੱਛਿਆ ਕੌਣ ਹੈ, ਉਹਨੇ ਆਖਿਆ ਵੀ ਇਹ ਮਹਿਮਾਨ ਹੈ, ਇਹਨੇ ਸਾਡੇ ਕੋਲ ਹੀ ਰਹਿਣਾ। ਉਹਨੇ ਆਖਿਆ ਚਲੋ। ਉਹਨੇ ਕਿਹਾ ਕਿ ਅੱਜ ਤੇ ਮੈਂ ਦੋ ਬੰਦਿਆਂ ਦਾ ਲਿਆਂਦਾ ਹੈ ਰਾਸ਼ਨ, ਚਲੋ ਇਹਨੂੰ ਰਲ ਮਿਲ ਕੇ ਖਾ ਲੈਂਦੇ ਆ, ਕੱਲ ਮੈਂ ਜ਼ਿਆਦਾ ਲੈ ਆਵਾਂਦਾ। ਠੀਕ ਹੈ।
ਉਹ ਰਲ ਮਿਲ ਕੇ ਉਹਨਾਂ ਨੇ ਉਹ ਗੁਜ਼ਾਰਾ ਕਰ ਲਿਆ। ਦੂਸਰਾ ਦਿਨ ਹੋਇਆ, ਫਿਰ ਉਸੇ ਤਰ੍ਹਾਂ ਜਨਾਬ ਨਿਜ਼ਾਮ, ਉਹ ਦਿਹਾੜੀ ਉਹ ਦੋਵੇਂ ਧੁੱਪੇ ਬਹਿ ਕੇ ਗੱਪਾਂ ਛੱਪਾਂ ਲਾਉਂਦੀਆਂ ਰਹੀਆਂ। ਉਹ ਕੰਮ ਕਰਨ ਟੁਰ ਗਿਆ ਜੰਗਲ ਵਿੱਚ, ਉਹਨੇ ਲੱਕੜੀਆਂ ਛਕੜੀਆਂ ਵੱਡੀਆਂ ਵੱਢ ਕੇ ਬਾਜ਼ਾਰ ਵੇਚ ਕੇ ਉਹਨੇ ਫਿਰ ਤਿੰਨਾਂ ਬੰਦਿਆਂ ਦਾ ਰਾਸ਼ਨ ਲੈਣ ਦਾ, ਖਾਣਾ ਰੋਟੀ ਛੋਟੀ ਲੈਣ ਦੀ, ਜੋ ਕੁਝ ਦਾਲ ਰੋਟੀ ਵਗੈਰਾ ਜੋ ਕੁਝ ਵੀ ਆ ਉਹਨੇ ਲੈਣ ਦਾ ਖਾਧਾ। ਉਹਨਾਂ ਨੇ ਰਾਤੀ ਵੀ ਖਾਧੀ, ਸੁਬਾਹ ਵੀ ਖਾਧੀ। ਸੁਬਾਹ ਜਿਸ ਵਕਤ ਉਹ ਜਾਣ ਲੱਗਾ ਨਾ, ਤੇ ਉਹ ਤਾਜਰ ਦੀ ਬੀਵੀ ਉਹਨੂੰ ਕਹਿੰਦੀ ਹੈ ਲੱਕੜਹਾਰੇ ਨੂੰ, ਬਈ ਵੀਰਾ ਗੱਲ ਮੇਰੀ ਸੁਣ। ਉਹਨੇ ਆਖਿਆ ਹਾਂ ਜੀ ਭੈਣ। ਉਹਨੇ ਆਖਿਆ ਅੱਜ ਨਾ ਤੂੰ ਲੱਕੜੀਆਂ ਵੇਚ ਕੇ ਨਾ ਤੇਰੇ ਹੋਟਲ ਤੋਂ ਰੋਟੀ ਛੋਟੀ ਨਹੀਂ ਲੈ ਕੇ ਆਉਂਦੀ। ਉਹਨੇ ਆਖਿਆ ਤੇ ਫਿਰ ਖਾਵਾਂ ਦੇ ਕਿੱਥੋਂ? ਉਹਨੇ ਕਿਹਾ ਕਿ ਕੁਝ ਲੱਕੜੀਆਂ ਬਚਾ ਕੇ ਤੂੰ ਘਰ ਲੈ ਆਵੀਂ, ਤੇ ਜਿਹੜੇ ਪੈਸਿਆਂ ਦਾ ਤੂੰ ਲੈ ਕੇ ਆਉਣਾ ਨਾ ਹੋਟਲ ਤੋਂ ਰੋਟੀ, ਉਹਨਾਂ ਪੈਸਿਆਂ ਦਾ ਆਟਾ ਤੇ ਨਾਲ ਕੋਈ ਪਿਆਜ਼ ਵਗੈਰਾ ਟਮਾਟਰ ਉਹਨੇ ਕਿਹਾ ਕਿ ਉਹ ਲੈ ਆਵੀਂ। ਉਹਨੇ ਕਿਹਾ ਚਲੋ ਠੀਕ ਹੈ। ਉਹਨੇ ਮਕਸਦ ਹੈ ਕਿ ਜ਼ਰੂਰੀ ਚੀਜ਼ਾਂ ਦੱਸ ਦਿੱਤੀਆਂ ਕਿ ਜਿਹੜੀਆਂ ਗੁਜ਼ਾਰਾ ਕਰਨੇ ਵਾਸਤੇ, ਪੇਟ ਭਰਨੇ ਵਾਸਤੇ, ਪੇਟ ਦੀ ਅੱਗ ਬੁਝਾਉਣ ਵਾਸਤੇ ਜਿਹੜਾ ਜ਼ਰੂਰੀ ਸੀ, ਉਹ ਚੀਜ਼ਾਂ ਉਹਨੇ ਦੱਸ ਦਿੱਤੀਆਂ। ਉਹਨੇ ਆਖਿਆ ਇਹਨਾਂ ਵਿੱਚ ਜਿਤਨੀ ਮਕਦਾਰ ਦੇ ਵਿੱਚ ਆ ਸਕਦੀਆਂ ਹੋਈਆਂ ਨਾ, ਤੇਰੇ ਕੋਲੇ ਜਿਹੜੀ ਗੁੰਜਾਇਸ਼ ਹੋਈ ਉਹ ਲੈ ਆਵੀਂ। ਠੀਕ ਹੈ ਜੀ। ਉਹ ਲੱਕੜਹਾਰੇ ਨੇ ਬਾਜ਼ਾਰ ਲੱਕੜੀਆਂ ਵੇਚੀਆਂ। ਉਹ ਜਿਹੜੇ ਕੁਝ ਉਹਨੇ ਬਚਾ ਲਈਆਂ ਘਰ ਵਾਸਤੇ, ਕੁਝ ਜਿਹੜੇ ਪੈਸੇ ਮਿਲੇ ਉਹਨੇ ਉਹਨਾਂ ਦਾ ਨਾ ਆਟਾ ਤੇ ਪਿਆਜ਼ ਤੇ ਮਕਸਦ ਹੈ ਕਿ ਕੋਈ ਲੂਣ ਮਿਰਚ ਜਿਹੜਾ ਕੋਈ ਆਇਆ ਉਹਨੇ ਲੈਣ ਦਾ। ਉਹਨੇ ਜਨਾਬ ਉਹ ਜੇ ਲੈ ਕੇ ਘਰ ਆਇਆ, ਉਹਦੀ ਬੀਵੀ ਕਹਿੰਦੀ ਇਹ ਕਿ ਇਹਨੂੰ ਕੀ ਕਰੀਏ, ਇਹਦੇ ਨਾਲ ਕੀ ਹੋਵੇਗਾ? ਨਾ ਘਰ ਕੋਈ ਸ਼ੈ ਹੈ, ਨਾ ਕੋਈ ਸਬਜ਼ੀ ਹੈ, ਨਾ ਕੋਈ ਪਕਾਉਣ ਵਾਸਤੇ, ਨਾ ਕੁਝ, ਤੇ ਆਟਾ ਲਿਆ ਕੇ ਤੂੰ ਲੈਣ ਦਾ ਤੇ ਇਹਦੇ ਨਾਲ ਕੀ ਕਰਾਂਗੇ? ਉਹਨੇ ਆਖਿਆ ਤੂੰ ਫਿਕਰ ਨਾ ਕਰ, ਹੋ ਜਾਏਗਾ। ਲਿਆ ਅੱਗ ਬਾਲੀ ਹੈ, ਲੱਕੜੀਆਂ ਬਾਲੀ ਹੈ। ਉਹ ਲੱਕੜੀਆਂ ਜਿਹੜੀਆਂ ਉਹਨੇ ਲਿਆਂਦੀਆਂ ਉਹਨਾਂ ਨੇ ਬਾਲੀਆਂ, ਬਾਲ ਕੇ ਰੋਟੀਆਂ ਪਕਾਈਆਂ। ਉਹ ਪਿਆਜ਼ ਉਹਨੇ ਲੈ ਕੇ, ਪਿਆਜ਼ਾਂ ਦੇ ਵਿੱਚ ਜਨਾਬ ਉਹਨੇ ਨਮਕ ਮਿਰਚ ਪਾ ਕੇ ਉਹਨਾਂ ਨੂੰ ਤੜਕਾ ਤੁੜਕਾ ਲਾ ਕੇ ਉਹਨੇ ਆਖਿਆ ਲੋ ਜੀ ਬਹਿ ਕੇ ਖਾਈਏ। ਖਾਧਾ ਬਹਿ ਕੇ, ਕੋਈ ਸਵੇਰੇ ਜੋ ਆ ਵੀ ਬਚਾ ਲਿਆ ਉਹ ਵੀ ਖਾਧੀ। ਦੂਸਰੇ ਦਿਨ ਉਹਨੇ ਕਿਹਾ ਕਿ ਅੱਜ ਆਟਾ ਹੈ ਜਿਹੜਾ ਤੂੰ ਕੱਲ੍ਹ ਲਿਆਂਦਾ, ਅੱਜ ਕੋਈ ਨਾਲ ਨਾ ਕੋਈ ਘਿਓ ਵਗੈਰਾ ਤੇ ਕੋਈ ਹੋਰ ਚੀਜ਼ਾਂ ਉਹਨੇ ਦੱਸੀਆਂ ਕਿ ਇਹ ਲੈ ਆਵੀਂ। ਗੱਲ ਕਰਨੇ ਦਾ ਮਤਲਬ ਕਿ ਉਹਨੇ ਕਰਦਿਆਂ ਨਾ ਉਹਨੇ ਘਰ ਦਾ ਰਾਸ਼ਨ ਜਿਹੜਾ ਨਾ ਉਹ ਬਿਲਕੁਲ ਕੰਪਲੀਟ ਪੂਰਾ ਕਰ ਲਿਆ। ਇਸੇ ਤਰ੍ਹਾਂ ਹੀ ਕਰਕੇ ਪੂਰਾ, ਜੇ ਰਾਸ਼ਨ ਪੂਰਾ ਹੋ ਗਿਆ ਤੇ ਉਹਨੇ ਨਾ ਲੱਕੜਹਾਰੇ ਨੂੰ ਕਿਹਾ, ਉਹਨੇ ਕਿਹਾ ਵੀਰਾ ਅੱਜ ਤੂੰ ਇੰਝ ਕਰ, ਰਾਸ਼ਨ ਰਹਿਣ ਦੀ, ਰਾਸ਼ਨ ਪੂਰਾ ਹੋ ਗਿਆ। ਇਹ ਸਾਡੇ ਕੋਲੇ ਕੋਈ ਹੁਣ ਹਫ਼ਤਾ 10 ਦਿਨਾਂ ਦਾ ਮੌਜੂਦ ਹੈ। ਤੂੰ ਇਹ ਜਿਹੜੇ ਪੈਸੇ ਅੱਜ ਮਿਲਣਦੇ ਨਾ ਉਹਨਾਂ ਦਾ ਨਾ ਤੂੰ ਕੋਈ ਕਰੋਸ਼ੀਆ, ਕੋਈ ਮਕਸਦ ਹੈ ਧਾਗਾ ਵਗੈਰਾ, ਕੋਈ ਸੂਈ ਸ਼ੂਈ ਉਹਨੇ ਦੱਸਿਆ ਜਿੱਕਣ ਕਢਾਈ ਵਾਸਤੇ ਹੁੰਦੀਆਂ ਨੇ, ਜੀ ਜੀ। ਇਹ ਲੈ ਆਵੀਂ। ਉਹਨੇ ਕਿਹਾ ਠੀਕ ਹੈ। ਲੈਣ ਦਾ ਉਹਨੇ ਉਹ ਜਨਾਬ ਸਮਾਨ, ਉਹ ਜਿਸ ਵਕਤ ਸਮਾਨ ਆ ਗਿਆ ਤੇ ਉਹ ਦੂਸਰੇ ਦਿਨ ਉਹ ਬੈਠੀਆਂ ਤੇ ਧੁੱਪੇ ਬਹਿ ਕੇ ਉਹਨੇ ਆਖਿਆ ਲੈ ਬਈ ਭੈਣੇ ਅੱਜ ਨਾ ਗੱਪਾਂ ਲਾਉਣ ਦੇ ਬਜਾਏ ਨਾ ਹਾਂ ਬਹਿ ਕੇ ਆ ਕੰਮ ਕਰੀਏ। ਜੀ ਬਹੁਤ ਅੱਛੇ। ਉਹ ਜਨਾਬ ਉਹਨੇ ਉਹਨੂੰ ਦੂਜੀ ਨੂੰ ਵੀ ਨਾਲ ਲਾਇਆ, ਆਪ ਵੀ ਲੱਗ ਗਈ, ਉਹ ਕਢਾਈ ਕਰਨ ਲੱਗ ਪਈਆਂ। ਉਹ ਜਨਾਬ ਦਿਹਾੜੀ ਉਹਨਾਂ ਨੇ ਕਢਾਈ ਛੜਾਈ ਕਰਨੀ। ਪਿਛਲੇ ਟਾਈਮ ਉਹ ਫਿਰ ਹਾਂਡੀ ਰੋਟੀ ਦਾ ਨਿਜ਼ਾਮ ਕਰਨਾ ਸ਼ੁਰੂ ਕਰ ਦਿੱਤਾ। ਉਹ ਇਸੇ ਤਰ੍ਹਾਂ ਕਰਦਿਆਂ ਜਨਾਬ ਉਹਨੇ ਨਾ ਕਢਾਈ ਛੜਾਈ ਵੀ ਕਰਕੇ ਨਾ, ਤੇ ਉਹ ਵੀ ਉਹਨੇ ਫਿਰ ਜੇ ਬਾਂਝਾ ਨਹੀਂ ਕਰਨੀ, ਉਹਨੂੰ ਲੱਕੜਹਾਰੇ ਨੂੰ ਦੇਣੀ ਕਿ ਆ ਬਾਜ਼ਾਰ ਵੇਚ ਆ ਵੀ, ਤੇ ਹੋਰ ਲੈ ਆਵੀਂ ਮਾਲ। ਉਹ ਹੋਰ ਮਾਲ ਜਨਾਬ ਲੈ ਆਉਣਾ ਸ਼ੁਰੂ ਹੋ ਗਿਆ। ਹੱਤਾ ਕਿ ਸਮਝ ਹੀ ਗਏ ਉਹਦੇ ਤੁਸੀਂ ਕਿ ਹੁਣ ਇਸ ਤਰ੍ਹਾਂ ਦਾ ਉਹਨਾਂ ਦਾ ਨਿਜ਼ਾਮ ਹੋ ਗਿਆ ਕਿ ਉਹ ਜਨਾਬ ਉਹਨਾਂ ਨੇ ਫਿਰ ਦੀਵਾਰ ਵੀ ਬਣਾ ਲਈ, ਦਰਵਾਜ਼ਾ ਵੀ ਲਾ ਲਿਆ, ਘਰ ਹੋਰ ਕੋਈ ਜੋ ਕੋਈ ਟੁੱਚ ਟੱਲਾ ਕਰਨੇ ਆ ਉਹ ਵੀ ਕਰ ਲਿਆ। ਠੀਕ ਹੈ। ਤੇ ਘਰ ਦੇ ਵਿੱਚ ਰਾਸ਼ਨ ਵੀ ਮੌਜੂਦ। ਲੱਕੜਹਾਰੇ ਨੂੰ ਵੀ ਉਹਨੇ ਜਨਾਬ ਮਕਸਦ ਹੈ ਕਿ ਖੋਤਾ ਰੇਡੀ ਵੀ ਬਣਾ ਦਿੱਤੀ। ਉਹਨੇ ਆਖਿਆ ਲੱਕੜੀਆਂ ਜ਼ਿਆਦਾ ਵੱਡੇ ਕਰਨ ਦਾ, ਜ਼ਿਆਦਾ ਲੈ ਕੇ ਜਾਏ ਕਰਨ ਦਾ, ਜ਼ਿਆਦਾ ਪੈਸੇ ਆਮਨ ਕਰਨ ਦੇ। ਤੇ ਜਿਸ ਵਕਤ ਫਿਰ ਉਹਦਾ ਮੀਆਂ ਆਇਆ ਨਾ ਫਿਰ ਉਹਨੂੰ ਲੈਣ, ਉਹਨੇ ਵੇਖਿਆ ਤੇ ਉੱਥੇ ਜਨਾਬ ਠੀਕ ਠਾਕ ਚੰਗਾ ਭਲਾ ਮਕਾਨ ਬਣਿਆ, ਰੰਗ ਰੋਗਨ ਹੋਏ ਆ,
ਸਫੈਦੀਆਂ ਹੋਈਆਂ, ਸਾਫ ਸੁਥਰਾ। ਉਹਨੇ ਵੇਖ ਕੇ ਤੇ ਉਹਨੇ ਕਿਹਾ ਹਾਂ ਜੀ। ਉਹਨੇ ਕਿਹਾ ਤੂੰ ਤੇ ਵਾਕਈ ਕਰ ਦਿੱਤਾ ਹੈ। ਉਹਨੇ ਆਖਿਆ ਮੈਂ ਕਰ ਵੀ ਦਿੱਤਾ, ਤੇ ਹੁਣ ਇਹ ਜਿਹੜੀ ਵਿਹਲੀ ਬਹਿ ਕੇ ਵਾਲ ਬਣਾਉਂਦੀ ਹੈ ਨਾ, ਇਹਨੂੰ ਵੀ ਹੁਣ ਜਾ ਸਿਖਾ ਦਿੱਤੀ, ਹੁਣ ਇਹ ਕਢਾਈ ਛੜਾਈ ਕਰ ਲੈ ਕਰੇ ਦੀ। ਤੇ ਚੱਲ ਹੁਣ ਅਸੀਂ ਚਲੀਏ। ਗੱਲ ਕਰਨੇ ਦਾ ਮਤਲਬ ਇਹ ਵੇ जी जी ਕਿ ਸਿਆਣੇ ਸਹੀ ਕਹਿੰਦੇ ਸੀ ਕਿ ਔਰਤ ਚਾਹੇ ਤੇ ਕੱਖੋਂ ਲੱਖ ਬਣਾ ਦੇ, बिल्कुल ਤੇ ਔਰਤ ਚਾਹੇ ਤੇ ਲੱਖੋਂ ਡੋਬ ਕੇ ਜ਼ਮੀਨ ਤੇ ਸੱਟ ਦੇ। ਪਰ ਇਹਦੇ ਵਿੱਚ ਦੋ ਗੱਲਾਂ ਨੇ। ਇੱਕ ਗੱਲ ਇਹ ਵੇ ਕਿ ਔਰਤ ਚਾਹੇ ਤੇ ਹੋ ਤੇ ਜਾਂਦਾ ਹੈ, ਬਾਕੀ ਉਹ ਲੱਕੜਹਾਰਾ ਜਿਹੜਾ ਉਹ ਕਮ ਸੇ ਕਮ ਮਜ਼ਦੂਰੀ ਤੇ ਕਰਦਾ ਤੇ ਆ ਨਾ, ਕੁਝ ਕਮਾ ਕੇ ਲਿਆਉਂਦਾ ਤੇ ਸੀ ਨਾ ਪਿਆ, ਥੋੜਾ ਲਿਆਉਂਦਾ ਆ ਭਾਵੇਂ, ਲਿਆਉਂਦਾ ਤੇ ਆ ਨਾ ਪਿਆ। ਤੇ ਜੇ ਬਿਲਕੁਲ ਹੀ ਉਹ ਵੀ ਕੁਝ ਨਾ ਕਰਦਾ ਹੁੰਦਾ ਤੇ ਫਿਰ ਉਹਨੇ ਵੀ ਕੀ ਕਰ ਲੈਣਾ ਵਿਚਾਰੀ ਨੇ ਆ ਕੇ। बिल्कुल जी जबरदस्त ਮਰਦ ਦਾ ਵੀ ਫਰਜ਼ ਹੁੰਦਾ ਹੈ, ਅਗਰ ਉਹ ਆਪਣਾ ਪੂਰਾ ਕਰਦਾ ਨਾ ਪਿਆ, ਚਲੋ ਜ਼ਿਆਦਾ ਕਮਾਈਆਂ ਜ਼ਿਆਦਾ ਨਹੀਂ ਕਮਾ ਕੇ ਲਿਆਉਂਦਾ ਪਿਆ, ਜਿਤਨੇ ਜੋ ਹੈ ਉਤਨਾ ਅਗਰ ਲਿਆਉਂਦਾ ਨਾ ਪਿਆ, ਤੇ ਫਿਰ ਉਹ ਅਗਲਾ ਕੰਮ ਜਿਹੜਾ ਉਹ ਸਾਰਾ ਔਰਤ ਤੇ ਆ ਜਾਂਦਾ ਹੈ। ਫਿਰ ਉਹਨੂੰ ਸੰਭਾਲਣਾ ਜਾਂ ਉਹਨੂੰ ਡੋਬਣਾ ਉਹ ਫਿਰ ਔਰਤ ਤੇ ਆ ਜਾਂਦਾ ਹੈ। ਉੱਥੇ ਕਿਰਦਾਰ ਸਾਰਾ ਫਿਰ ਔਰਤ ਨੂੰ ਅਦਾ ਕਰਨਾ ਪੈਂਦਾ ਹੈ। ਤੇ ਜਿਹੜੀਆਂ ਕਰ ਲੈਂਦੀਆਂ ਨੇ, ਕੁਝ ਕਰਦੀਆਂ ਨੇ, ਉਹ ਜਨਾਬ ਕੱਖੋਂ ਲੱਖ ਬਣਾ ਲੈਂਦੀਆਂ ਨੇ, ਤੇ ਕੁਝ ਜਿਹੜੀਆਂ ਨੇ ਉਸੇ ਤਰ੍ਹਾਂ ਦੇ ਲੱਕੜਹਾਰੇ ਦੀ ਬੀਵੀ ਨਾਲ ਦੀਆਂ ਹੁੰਦੀਆਂ ਨੇ, ਜਿਹੜੀਆਂ ਧੁੱਪੇ ਬਹਿ ਕੇ ਤੇ ਵਾਲ ਬਣਾਉਂਦੀਆਂ ਨੇ। ਆ ਲੈ ਹੋਟਲ ਤੂੰ, ਸਾਡੇ ਕੋਲੋਂ ਨਹੀਂ ਪੱਕਦੀ ਹੈ, ਸਾਡੇ ਤਾਂ ਸਿਰ ਨੂੰ ਪੀੜ ਏ, ਇਹ ਹੋਟਲ ਤੋਂ ਲੈ ਵਿਖਾ ਲਈਏ। ਉਹ ਡੋਬ ਛੱਡਦੀਆਂ ਨੇ।